Religion Outlook। ਹਰ ਇਨਸਾਨ ਆਪਣੇ ਵੱਲੋਂ ਕੀਤੇ ਹੋਏ ਕੰਮਾਂ ਦੇ ਵਾਸਤੇ ਸਦਾ ਹੀ ਆਪਣੀ ਪਿੱਠ ਥਪਥਪਾਉਣ ਦੇ ਲਈ ਤਤਪਰ ਰਹਿੰਦਾ ਹੈ। ਇੱਥੋਂ ਤੱਕ ਕਿ ਜੋ ਕੰਮ ਦੂਜਿਆਂ ਨੇ ਕੀਤੇ ਹਨ ਉਹਨਾਂ ਦੀ ਭੱਲ ਵੀ ਆਪ ਖੱਟਣਾ ਚਾਹੁੰਦਾ ਹੈ, ਉਹਨਾਂ ਦਾ ਕ੍ਰੈਡਿਟ ਵੀ ਆਪ ਲੈਣਾ ਚਾਹੁੰਦਾ ਹੈ। ਸਾਡੀ ਇਹ ਪ੍ਰਵਿਰਤੀ ਕਿੰਨੀ ਕੁ ਸਹੀ ਹੈ? ਇਸ ਸਵਾਲ ਦਾ ਉੱਤਰ ਗੁਰੂ ਨਾਨਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 419ਵੇਂ ਅੰਗ ਦੀ ਗੁਰਬਾਣੀ ਦੇ ਵਿੱਚ ਦਿੰਦੇ ਨੇ। ਸੋ ਅੱਜ ਦੇ ਅੰਗ ਦੀ ਗੁਰਬਾਣੀ ਦੀ ਵਿਆਖਿਆ ਨੂੰ ਬੜੇ ਧਿਆਨਪੂਰਵਕ ਤੇ ਸੰਪੂਰਨਤਾ ਦੇ ਵਿੱਚ ਵੇਖਣ ਦੀ ਕੋਸ਼ਿਸ਼ ਕਰਿਓ। ਵੀਡੀਓ ਚੰਗੀ ਲੱਗੇ ਤੇ ਅੱਗੇ ਲੋਕਾਂ ਦੇ ਤੱਕ ਵੀ ਜ਼ਰੂਰ ਪਹੁੰਚਦੀ ਕਰ ਦਿਓ। ਆਓ ਹੁਣ ਸ਼ੁਰੂਆਤ ਕਰੀਏ। ਆਸਾ ਮਹਿਲਾ ਪਹਿਲਾ। ਮਨਸਾ ਮਨ ਹੈ ਸਮਾਇਲੇ, ਭੌਜਲ ਸੱਚ ਤਰਨਾ। ਜੋ ਸਾਡੇ ਮਨ ਦਾ ਫੁਰਨਾ ਹੈ, ਮਾਇਕ ਫੁਰਨਾ ਹੈ, ਉਹਨੂੰ ਅਸੀਂ ਆਪਣੇ ਮਨ ਦੇ ਵਿੱਚ ਹੀ ਸਮਾ ਲਈਏ, ਮਨ ਦੇ ਅੰਦਰ ਹੀ ਖਤਮ ਕਰ ਲਈਏ। ਆਪਾਂ ਅਕਸਰ ਇਹ ਗੱਲ ਕਹਿੰਦੇ ਹੁੰਦੇ ਹਾਂ ਕਿ ਸਾਡੇ ਮਨ ਦੇ ਵਿੱਚ ਅਨੇਕਾਂ ਖਿਆਲ ਆਉਂਦੇ ਤੇ ਉਹਨਾਂ ਦੇ ਉੱਪਰ ਸਾਡਾ ਕੋਈ ਇਖਤਿਆਰ ਨਹੀਂ ਹੈ ਕਿ ਸਾਡੇ ਮਨ ਦੇ ਵਿੱਚ ਕਦੋਂ ਕਿਹੜਾ ਖਿਆਲ ਆ ਜਾਵੇ। ਹਾਂ, ਉਸ ਖਿਆਲ ਦੇ ਉੱਪਰ ਕੋਈ ਕੰਮ ਕਰਨਾ ਹੈ ਜਾਂ ਨਹੀਂ, ਉਸ ਖਿਆਲ 'ਤੇ ਅਸੀਂ ਅਮਲ ਕਰਨਾ ਹੈ ਜਾਂ ਨਹੀਂ ਕਰਨਾ, ਇਹ ਪੂਰੀ ਤਰ੍ਹਾਂ ਦੇ ਨਾਲ ਸਾਡੇ ਹੱਥ ਵੱਸ ਹੈ। ਬਾਕੀ ਨਿਰਭਰ ਕਰਦਾ ਹੈ ਪ੍ਰਮਾਤਮਾ ਨੇ ਸਾਨੂੰ ਕਿਸ ਪ੍ਰਕਾਰ ਦੀ ਅਕਲ ਬਖਸ਼ੀ ਹੈ। ਜਿੱਦਾਂ ਦੀ ਸਾਨੂੰ ਅਕਲ ਬਖਸ਼ੀ ਹੋਏਗੀ ਅਸੀਂ ਉੱਦਾਂ ਦੇ ਖਿਆਲਾਂ 'ਤੇ ਹੀ ਅਮਲ ਕਰਾਂਗੇ। ਕਈ ਵਾਰੀ ਇਨਸਾਨ ਹੁੰਦੇ ਨੇ ਜੋ ਸਿਰਫ ਮਾੜੇ ਖਿਆਲਾਂ 'ਤੇ ਹੀ ਅਮਲ ਕਰਦੇ ਨੇ। ਉਹਨਾਂ ਦੇ ਮਨਾਂ 'ਚ ਇਹ ਨਹੀਂ ਕਿ ਚੰਗੇ ਖਿਆਲ ਆਉਂਦੇ ਨਹੀਂ, ਪਰ ਪ੍ਰਮਾਤਮਾ ਨੇ ਉਹਨਾਂ ਨੂੰ ਅਕਲ ਇਸ ਪ੍ਰਕਾਰ ਦੀ ਹੀ ਬਖਸ਼ੀ ਹੈ ਕਿ ਉਹ ਮਾੜੇ ਖਿਆਲਾਂ 'ਤੇ ਹੀ ਅਮਲ ਕਰਨਾ ਚਾਹੁੰਦੇ ਨੇ। ਦੂਜੇ ਪਾਸੇ ਅਜਿਹੇ ਲੋਕ ਵੀ ਨੇ ਜੋ ਅਸੀਂ ਵੇਖਦੇ ਹਾਂ ਬੜੇ ਚੰਗੇ ਕੰਮ ਕਰਦੇ ਆ, ਭਾਵ ਕਿ ਉਹਨਾਂ ਦੇ ਮਨ ਵਿੱਚ ਆਉਣ ਵਾਲੇ ਚੰਗੇ ਖਿਆਲਾਂ ਦੇ ਉੱਪਰ ਉਹ ਅਮਲ ਕਰਦੇ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਮਨ ਵਿੱਚ ਮਾੜੇ ਖਿਆਲ ਆਉਂਦੇ ਨਹੀਂ। ਪ੍ਰਮਾਤਮਾ ਨੇ ਉਹਨਾਂ ਨੂੰ ਅਕਲ ਇਸ ਪ੍ਰਕਾਰ ਦੀ ਬਖਸ਼ੀ ਹੈ ਕਿ ਉਹ ਸਿਰਫ ਤੇ ਸਿਰਫ ਚੰਗੇ ਖਿਆਲਾਂ 'ਤੇ ਹੀ ਅਮਲ ਕਰਦੇ ਨੇ। ਸੋ ਸਾਡੇ ਮਨ ਵਿੱਚ ਖਿਆਲ ਬਹੁਤ ਆਉਂਦੇ ਨੇ ਤੇ ਜੋ ਮਾਇਕ ਫੁਰਨੇ ਵਾਲੇ ਖਿਆਲ ਨੇ, ਮਾਇਕ ਫੁਰਨੇ ਨੇ, ਉਹਨਾਂ ਨੂੰ ਜੇਕਰ ਅਸੀਂ ਮਨ ਦੇ ਵਿੱਚ ਹੀ ਲੀਨ ਕਰ ਦਈਏ, ਸਿਤਮ ਕਰ ਦਈਏ, ਭੌਜਲ ਸੱਚ ਤਰਨਾ, ਤਾਂ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦੇ ਹਾਂ, ਤਾਂ ਅਸੀਂ ਪਰਮਾਤਮਾ ਦੇ ਨਾਲ ਜੁੜ ਸਕਦੇ ਹਾਂ। ਆਦ ਜੁਗਾਦ ਦਇਆਲ ਤੂੰ ਠਾਕੁਰ ਤੇਰੀ ਸ਼ਰਨ। ਇਹ ਪਰਮਾਤਮਾ ਤੂੰ ਸ੍ਰਿਸ਼ਟੀ ਦਾ ਮੁੱਢ ਹੈ, ਤੂੰ ਜੁਗਾਂ ਤੋਂ ਵੀ ਪਹਿਲਾਂ ਹੈ, ਪਹਿਲਾਂ ਤੋਂ ਮੌਜੂਦ ਹੈ, ਸਭ ਦਾ ਪਾਲਣਹਾਰਾ ਹੈ, ਸਭਨਾਂ ਦੇ ਉੱਪਰ ਦਇਆ ਕਰਨ ਵਾਲਾ ਹੈ। ਹੇ ਪਰਮਾਤਮਾ, ਮੈਂ ਤੇਰੀ ਸ਼ਰਨ ਆਇਆ ਹਾਂ, ਮੇਰੇ 'ਤੇ ਕਿਰਪਾ ਕਰ ਤੇ ਮੈਨੂੰ ਮਨ ਦੀ ਪ੍ਰੇਰਨਾ ਤੋਂ ਬਚਾ ਲੈ। ਤੂੰ ਦਾਤੋ ਹਮ ਜਾਚਕਾ ਹਰ ਦਰਸ਼ਨ ਦੀਜੈ, ਗੁਰਮੁਖ ਨਾਮ ਧਿਆਈਐ ਮਨ ਮੰਦਰ ਭੀਜੈ ਰਹਾਓ। ਹੇ ਹਰੀ, ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਅਸੀਂ ਜੋ ਜੀਵ ਹਾਂ ਅਸੀਂ ਤੇਰੇ ਦਰ 'ਤੇ ਮੰਗਤੇ ਹਾਂ, ਤੂੰ ਦਾਤਾ ਹੈ, ਅਸੀਂ ਤੇਰੇ ਜਾਚਕ ਹਾਂ। ਹੇ ਪ੍ਰਮਾਤਮਾ, ਸਾਨੂੰ ਜੀਵਾਂ ਨੂੰ ਆਪਣਾ ਦਰਸ਼ਨ ਦੇ, ਗੁਰਮੁਖ ਨਾਮ ਧਿਆਈਐ। ਗੁਰਮੁਖ ਬਣ ਕੇ ਹੀ ਪਰਮਾਤਮਾ ਦਾ ਨਾਮ ਧਿਆਇਆ ਜਾ ਸਕਦਾ ਹੈ। ਗੁਰੂ ਦੀ ਸ਼ਰਨ ਪੈ ਕੇ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ। ਜੋ ਸਿਮਰਦਾ ਹੈ ਉਸ ਦੇ ਮਨ ਦਾ ਮੰਦਰ ਹਰੀ ਨਾਮ ਨਾਲ ਭਿੱਜ ਜਾਂਦਾ ਹੈ। ਕੂੜਾ ਲਾਲਚ ਛੋਡੀਐ ਤਉ ਸਾਚ ਪਛਾਣੈ, ਗੁਰ ਕੈ ਸ਼ਬਦ ਸਮਾਈਐ ਪਰਮਾਰਥ ਜਾਣੈ। ਜੇ ਅਸੀਂ ਮਾਇਆ ਦਾ ਭੈੜਾ ਲਾਲਚ ਛੱਡ ਦਈਏ ਤਦੋਂ ਸੱਚ ਪਛਾਣਨ ਦੇ ਯੋਗ ਹੋ ਜਾਂਦੇ ਹਾਂ, ਸੱਚ ਨੂੰ ਪਛਾਣ ਲੈਂਦੇ ਹਾਂ, ਉਸ ਪਰਮਾਤਮਾ ਨੂੰ ਜਾਣ ਲੈਂਦੇ ਹਾਂ। ਜਦੋਂ ਗੁਰੂ ਦੇ ਸ਼ਬਦ ਦੇ ਵਿੱਚ ਆਪਣੇ ਮਨ ਨੂੰ ਸਮਾ ਲਈਏ ਤਾਂ ਪਰਮਾਰਥ ਨੂੰ ਜਾਣ ਲੈਂਦੇ ਹਾਂ। ਸਾਡੇ ਜੀਵਨ ਦਾ ਜੋ ਉੱਤਮ ਮਨੋਰਥ ਹੈ ਉਹਦੀ ਪਛਾਣ ਸਾਨੂੰ ਹੋ ਜਾਂਦੀ ਹੈ। ਇਹੋ ਮਨ ਰਾਜਾ ਲੋਭੀਆ, ਲੁਭ ਤਉ ਲੋਭਾਈ, ਗੁਰਮੁਖ ਲੋਭ ਨਿਵਾਰੀਐ ਹਰ ਸਿਉ ਬਣ ਆਈ।
ਇਹ ਜੋ ਮਾਇਆ ਦਾ ਲੋਭੀ ਮਨ ਹੈ, ਇਹ ਸਾਡੇ ਸਰੀਰ ਨਗਰ ਦਾ ਰਾਜਾ ਬਣ ਬੈਠਦਾ ਹੈ। ਲੋਭ ਵਿੱਚ ਫਸਿਆ ਹੋਇਆ ਸਦਾ ਹੀ ਮਾਇਆ ਦਾ ਲੋਭ ਕਰਦਾ ਰਹਿੰਦਾ ਹੈ, ਤੇ ਇਸ ਲੋਭ ਨੂੰ ਦੂਰ ਅਸੀਂ ਗੁਰੂ ਦੀ ਸ਼ਰਨ ਪੈ ਕੇ ਕਰ ਸਕਦੇ ਹਾਂ। ਜਿਹੜਾ ਵੀ ਮਨੁੱਖ ਇਸ ਲੋਭ ਨੂੰ ਦੂਰ ਕਰ ਲੈਂਦਾ ਹੈ, ਉਹਦੀ ਪ੍ਰਮਾਤਮਾ ਦੇ ਨਾਲ ਪ੍ਰੀਤ ਬਣ ਜਾਂਦੀ ਹੈ। ਗੁਰਮੁਖ ਲੋਭ ਨਿਵਾਰੀਐ ਹਰ ਸਿਉ ਬਣ ਆਈ, ਕੱਲਰ ਖੇਤੀ ਬੀਜੀਐ ਕਿਉਂ ਲਾਹਾ ਪਾਵੈ, ਮਨਮੁਖ ਸੱਚ ਨਾ ਭੀਜਈ ਕੂੜ ਕੂੜ ਗਡਾਵੈ। ਜੇ ਕੱਲਰ ਜ਼ਮੀਨ ਦੇ ਵਿੱਚ ਖੇਤੀ ਬੀਜੀ ਜਾਵੇ, ਫਸਲ ਬੀਜੀ ਜਾਵੇ, ਤਾਂ ਗੁਰੂ ਸਾਹਿਬ ਕਹਿੰਦੇ ਉਹ ਮਨੁੱਖ ਲਾਹਾ ਕਿਵੇਂ ਖੱਟ ਸਕਦਾ ਹੈ। ਕੱਲਰ ਜ਼ਮੀਨ ਦੇ ਵਿੱਚ ਖੇਤੀ ਨਹੀਂ ਹੁੰਦੀ। ਜੇ ਹੋ ਵੀ ਜਾਂਦੀ ਹੋਵੇ ਤੇ ਇੰਨੀ ਤੇ ਨਹੀਂ ਹੁੰਦੀ ਕਿ ਤੁਹਾਡੀ ਮਿਹਨਤ ਦਾ ਮੁੱਲ ਮੋੜ ਕੇ ਤੇ ਤੁਹਾਨੂੰ ਮੁਨਾਫਾ ਵੀ ਦੇ ਜਾਵੇ। ਸੋ ਜਿਸ ਪ੍ਰਕਾਰ ਕੱਲਰ ਜ਼ਮੀਨ ਦੇ ਵਿੱਚ ਖੇਤੀ ਨਹੀਂ ਉਗਦੀ, ਮਨਮੁਖ ਸੱਚ ਨਾ ਭੀਜੇ। ਜੋ ਮਨਮੁਖ ਹੈ, ਆਪਣੇ ਮਨ ਦੇ ਪਿੱਛੇ ਚੱਲਣ ਵਾਲਾ, ਮਨ ਦੀ ਪ੍ਰੇਰਨਾ ਦੇ ਵਿੱਚ ਆ ਕੇ ਜੀਵਨ ਨੂੰ ਜਿਉਣ ਵਾਲਾ ਮਨੁੱਖ ਹੈ, ਉਹਦਾ ਮਨ ਕਦੇ ਵੀ ਪ੍ਰਮਾਤਮਾ ਦੇ ਵਿੱਚ, ਪ੍ਰਮਾਤਮਾ ਦੀ ਯਾਦ ਦੇ ਵਿੱਚ, ਪ੍ਰਮਾਤਮਾ ਦੇ ਨਾਮ ਸਿਮਰਨ ਦੇ ਵਿੱਚ ਨਹੀਂ ਭਿੱਜਦਾ। ਕੂੜ ਕੂੜ ਗਡਾਵੈ। ਜੋ ਝੂਠ ਹੈ ਉਹ ਝੂਠ ਦੇ ਵਿੱਚ ਹੀ ਰਚਦਾ ਹੈ, ਝੂਠ ਸੱਚ ਦੇ ਵਿੱਚ ਨਹੀਂ ਰਚਦਾ। ਲਾਲਚ ਛੋਡੋ ਅੰਧੇ ਹੋ, ਲਾਲਚ ਦੁੱਖ ਭਾਰੀ, ਸਾਚੋ ਸਾਹਿਬ ਮਨ ਵਸੈ, ਹਉਮੈ ਵਿਖ ਮਾਰੀ। ਹੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਜੀਵੋ, ਮਾਇਆ ਦਾ ਲਾਲਚ ਛੱਡ ਦਿਓ। ਲਾਲਚ ਵਿੱਚ ਫਸਿਆ ਭਾਰੀ ਦੁੱਖ ਸਹਿਣਾ ਪੈਂਦਾ ਹੈ। ਜਿਸ ਮਨੁੱਖ ਦੇ ਮਨ ਵਿੱਚ ਲਾਲਚ ਦੇ ਥਾਂ ਸਦਾ ਥਿਰ ਮਾਲਕ ਵਸ ਪੈਂਦਾ ਹੈ, ਉਹ ਹਉਮੈ ਦੀ ਜ਼ਹਿਰ ਨੂੰ ਮਾਰ ਲੈਂਦਾ ਹੈ, ਤੇ ਇਹ ਹਉਮੈ ਦੀ ਜ਼ਹਿਰ ਹੀ ਸਾਡੀ ਆਤਮਿਕ ਮੌਤ ਦਾ ਕਾਰਨ ਬਣਦੀ ਹੈ। ਸੋ ਸਾਚੋ ਸਾਹਿਬ ਮਨ ਵਸੈ, ਹਉਮੈ ਵਿਖ ਮਾਰੀ। ਤੇ ਸੱਚੇ ਪ੍ਰਮਾਤਮਾ ਨੂੰ ਮਨ ਵਿੱਚ ਵਸਾ ਕੇ ਅਸੀਂ ਇਸ ਜ਼ਹਿਰ ਨੂੰ, ਹਉਮੈ ਦੇ ਜ਼ਹਿਰ ਨੂੰ ਮਾਰ ਸਕਦੇ ਹਾਂ। ਦੁਬਿਧਾ ਛੋੜ ਕੁਬਾਟੜੀ, ਮੂੰਹ ਸੋਗੇ ਭਾਈ, ਅਹਨਿਸ ਨਾਮ ਸਲਾਹੀਐ ਸਤਿਗੁਰ ਸ਼ਰਨਾਈ। ਮੂਸੋਗੇ ਤੋਂ ਭਾਵ ਲੁੱਟੇ ਜਾਵੋਗੇ, ਕੁਬਾਟੜੀ ਤੋਂ ਭਾਵ ਭੈੜੀ ਵਾਟ, ਮਾੜਾ ਰਸਤਾ। ਗੁਰੂ ਸਾਹਿਬ ਕਹਿੰਦੇ ਜੋ ਦੁਬਿਧਾ ਦਾ ਰਸਤਾ ਹੈ ਉਹ ਮਾੜਾ ਰਸਤਾ ਹੈ, ਤੇ ਮਾਇਆ ਦੇ ਵਿੱਚ ਗ੍ਰਸਤ ਮਨੁੱਖ ਦੇ ਲਈ ਦੁਬਿਧਾ ਕਦਮ ਕਦਮ ਤੇ ਹੁੰਦੀ ਹੈ। ਇੰਜ ਹੋ ਹੀ ਨਹੀਂ ਸਕਦਾ ਕਿ ਕੋਈ ਮਨੁੱਖ ਮਾੜਾ ਕੰਮ ਕਰਨ ਜਾਵੇ, ਲਾਲਚ ਦੇ ਵਿੱਚ ਫਸ ਕੇ, ਲੋਭ ਦੇ ਵਿੱਚ ਫਸ ਕੇ ਕਿਸੇ ਦੇ ਨਾਲ ਧੱਕਾ ਕਰਨ ਜਾਵੇ, ਤੇ ਉਹਦੇ ਮਨ ਵਿੱਚ ਇਹ ਖਿਆਲ ਵੀ ਨਾ ਹੋਵੇ ਕਿ ਮੈਂ ਗਲਤ ਕਰ ਰਿਹਾ ਹਾਂ। ਇਹ ਖਿਆਲ ਉਹਦੇ ਮਨ ਵਿੱਚ ਜ਼ਰੂਰ ਹੁੰਦਾ ਹੈ। ਉਹ ਵੱਖਰੀ ਗੱਲ ਹੈ ਕਿ ਪ੍ਰਮਾਤਮਾ ਨੇ ਉਹਨੂੰ ਅਕਲ ਹੀ ਇੰਜ ਦੀ ਬਖਸ਼ੀ ਹੈ ਕਿ ਇਸ ਖਿਆਲ ਜੋ ਚੰਗਾ ਖਿਆਲ ਹੈ, ਇਹਨੂੰ ਅੱਖੋਂ ਪਰੋਖੇ ਕਰਕੇ, ਇਗਨੋਰ ਕਰਕੇ ਉਹ ਉਸ ਵਿਚਾਰ ਤੇ, ਯਾਨੀ ਕਿ ਲੋਭ ਵਾਲੇ ਵਿਚਾਰ ਤੇ ਅਮਲ ਕਰਦਾ। ਪਰ ਦੁਬਿਧਾ ਜ਼ਰੂਰ ਹੈ, ਭਾਵੇਂ ਇੱਕ ਸਕਿੰਟ ਦੇ ਲਈ ਹੀ ਸਹੀ, ਉਹਦੇ ਮਨ ਦੇ ਵਿੱਚ ਖਿਆਲ ਆਉਂਦਾ ਜ਼ਰੂਰ ਹੈ ਕਿ ਮੈਂ ਇਹ ਕਿਉਂ ਕਰ ਰਿਹਾ, ਇਹ ਧੱਕਾ ਕਿਉਂ ਕਰ ਰਿਹਾ। ਤੇ ਇਹ ਦੁਬਿਧਾ ਦਾ ਜੋ ਰਸਤਾ ਹੈ ਬੜਾ ਮਾੜਾ ਹੈ। ਤੁਹਾਡੇ ਮਨ ਦੀ ਜੋ ਸ਼ਾਂਤੀ ਹੈ ਉਹਨੂੰ ਭੰਗ ਕਰ ਦਿੰਦੀ ਹੈ ਦੁਬਿਧਾ। ਇਸੇ ਲਈ ਗੁਰੂ ਸਾਹਿਬ ਕਹਿੰਦੇ ਨੇ ਦੁਬਿਧਾ ਛੋੜ ਕੁਬਾਟੜੀ, ਮੂਸੋਗੇ ਭਾਈ, ਕਿ ਦੁਬਿਧਾ ਨੂੰ ਛੱਡ ਦਿਓ, ਨਹੀਂ ਤਾਂ ਲੁੱਟੇ ਜਾਓਗੇ। ਤੁਹਾਡਾ ਜੋ ਆਤਮਿਕ ਚੈਨ ਹੈ ਉਹ ਲੁੱਟਿਆ ਜਾਏਗਾ। ਅਹਨਿਸ ਨਾਮ ਸਲਾਹੀ ਹੈ, ਸਤਿਗੁਰ ਸ਼ਰਨਾਈ। ਸੱਚੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਦਿਨ ਰਾਤ ਉਸ ਪ੍ਰਮਾਤਮਾ ਦਾ ਨਾਮ ਸਲਾਹੋ, ਨਾਮ ਸਿਮਰਨ ਕਰੋ। ਮਨਮੁਖ ਪੱਥਰ ਸੈਲ ਹੈ, ਧ੍ਰਿਗ ਜੀਵਨ ਫੀਕਾ। ਮਨਮੁਖ ਮਨੁੱਖ ਦਾ ਹਿਰਦਾ ਪੱਥਰ ਦੀ ਚਟਾਨ ਵਾਂਗ ਸਖਤ ਹੈ। ਉਹਦਾ ਜੀਵਨ ਬੇਸਵਾਦ ਤੇ ਫਿਟਕਾਰਯੋਗ ਹੈ। ਦੂਜੇ ਪਾਸੇ ਇਹ ਵੀ ਹੈ ਕਿ ਪੱਥਰ ਜਿੰਨਾ ਮਰਜ਼ੀ ਸਮਾਂ ਪਾਣੀ ਦੇ ਵਿੱਚ ਪਿਆ ਰਵੇ, ਅੰਦਰੋਂ ਸੁੱਕਾ ਰਹਿੰਦਾ। ਜੋ ਬੜਾ ਹੀ ਸਖਤ ਵਾਲਾ ਪੱਥਰ ਹੁੰਦਾ ਹੈ, ਉਹ ਅੰਦਰੋਂ ਸੁੱਕਾ ਹੀ ਰਹਿੰਦਾ ਹੈ। ਜਲ ਮਹਿ ਕੀਤਾ ਰਾਖੀਐ, ਅਬ ਅੰਤਰ ਸੁੱਕਾ। ਸੋ ਜੇਕਰ ਕੋਈ ਮਨਮੁਖ ਮਨੁੱਖ ਚੰਗੀ ਸੰਗਤ ਦੇ ਵਿੱਚ ਵਿਚਰਦਾ ਵੀ ਰਵੇ, ਤਾਂ ਵੀ ਉਹ ਅੰਦਰੋਂ ਸੰਗਤ ਦੇ ਅਸਰ ਵੱਲੋਂ ਸੁੱਕਾ ਹੀ ਰਹਿੰਦਾ ਹੈ। ਉਹ ਮਨਮੁਖ ਹੈ ਕਿਉਂਕਿ ਪ੍ਰਮਾਤਮਾ ਨੇ ਉਹਨੂੰ ਮਨਮੁਖ ਹੀ ਬਣਾਇਆ ਹੈ। ਹਰ ਕਾ ਨਾਮ ਨਿਧਾਨ ਹੈ, ਪੂਰਾ ਗੁਰ ਦੀਆ।
ਜੋ ਪ੍ਰਮਾਤਮਾ ਦਾ ਨਾਮ ਹੈ ਉਹ ਖਜ਼ਾਨਾ ਹੈ, ਤੇ ਇਹ ਨਾਮ ਖਜ਼ਾਨਾ ਸਾਨੂੰ ਪੂਰਨ ਗੁਰੂ ਬਖਸ਼ਦਾ ਹੈ। ਨਾਨਕ ਨਾਮ ਨਾ ਵਿਸਰੈ ਮਥ ਅੰਮ੍ਰਿਤ ਪੀਆ। ਇਹ ਨਾਨਕ, ਸਾਡੇ ਮਨ ਦੇ ਉੱਪਰੋਂ ਪ੍ਰਮਾਤਮਾ ਦਾ ਨਾਮ ਕਦੇ ਵਿਸਰਨਾ ਨਹੀਂ ਚਾਹੀਦਾ, ਬਲਕਿ ਪ੍ਰਮਾਤਮਾ ਦੇ ਨਾਮ ਨੂੰ ਰਿੜਕ ਰਿੜਕ ਕੇ, ਮੱਥ ਤੋਂ ਭਾਵ ਰਿੜਕਣਾ, ਰਿੜਕ ਰਿੜਕ ਕੇ ਸਾਨੂੰ ਅੰਮ੍ਰਿਤ ਪੀਣਾ ਚਾਹੀਦਾ ਹੈ। ਆਸਾ ਮਹਿਲਾ ਪਹਿਲਾ। ਚੱਲੇ ਚੱਲਣ ਹਾਰ ਵਾਟ ਵਟਾਇਆ, ਧੰਦ ਪਿੱਟੇ ਸੰਸਾਰ ਸੱਚ ਨਾ ਪਾਇਆ। ਧੰਦ ਪਿੱਟਣਾ, ਉਹ ਕੰਮ ਕਰਨਾ ਜੋ ਸਾਨੂੰ ਜੰਜਾਲ ਦੇ ਵਿੱਚ ਪਾਵੇ, ਉਹ ਕੰਮ ਕਰਨਾ ਜੋ ਸਾਨੂੰ ਮਾਨਸਿਕ ਸੰਤੁਸ਼ਟੀ ਨਾ ਦੇਵੇ, ਜਿਹੜੇ ਕੰਮ ਨੂੰ ਕਰਨ ਦੇ ਲਈ ਅਸੀਂ ਬਾਗੋ ਬਾਗ ਨਾ ਹੋ ਜਾਂਦੇ ਹੋਈਏ, ਉਸ ਕੰਮ ਨੂੰ ਧੰਦ ਪਿੱਟਣਾ ਕਹਿੰਦੇ ਹਾਂ। ਅਸੀਂ ਅਕਸਰ ਕਈ ਵਾਰ ਸੁਣਦੇ ਹਾਂ ਕਿ ਕੋਈ ਇਨਸਾਨ ਆਪਣਾ ਰੋਜ਼ਮर्रा ਦਾ ਕੰਮ ਕਰਦਾ ਕਰਦਾ ਇੰਨਾ ਅੱਕ ਜਾਂਦਾ ਹੈ, ਜੇਕਰ ਉਹਨੂੰ ਕੋਈ ਪੁੱਛ ਲਵੇ ਕੀ ਕਰਦੇ ਪਏ ਸੀ, ਤੇ ਅੱਗੋਂ ਜਵਾਬ ਆਉਂਦਾ ਉਹੀ ਧੰਦ ਪਿੱਟਦਾ ਪਿਆ, ਭਾਵ ਕਿ ਜੋ ਕੱਲ ਕਰਦਾ ਸੀ ਉਹੀ ਅੱਜ ਵੀ ਕਰ ਰਿਹਾ। ਮਤਲਬ ਉਹ ਖੁਸ਼ ਨਹੀਂ ਉਹ ਕੰਮ ਕਰਕੇ। ਸੋ ਜੇਕਰ ਅਸੀਂ ਕੋਈ ਅਜਿਹਾ ਕੰਮ ਕਰਦੇ ਪਏ ਹਾਂ ਜਿਹਨੂੰ ਕਰਕੇ ਅਸੀਂ ਖੁਸ਼ੀ ਨਹੀਂ, ਜਿਹਨੂੰ ਕਰਨ ਦਾ ਚਾਅ ਲੈ ਕੇ ਅਸੀਂ ਬਿਸਤਰੇ 'ਚੋਂ ਸਵੇਰੇ ਉੱਠਦੇ ਨਹੀਂ, ਤਾਂ ਮਤਲਬ ਅਸੀਂ ਧੰਦ ਪਿੱਟ ਰਹੇ ਹਾਂ। ਔਖੇ ਹੋ ਕੇ ਉਸ ਕੰਮ ਨੂੰ ਕਰਦੇ ਹਾਂ ਤੇ ਮਾਇਆ ਦੇ ਜੰਜਾਲ ਆਪਣੇ ਗਲ ਦੇ ਵਿੱਚ ਪਾਉਂਦੇ ਹਾਂ। ਮਾਇਆ ਦੇ ਮੋਹ ਵਿੱਚ ਜੋ ਜਗਤ ਫਸਿਆ ਹੋਇਆ ਹੈ, ਉਹਨੂੰ ਪ੍ਰਮਾਤਮਾ ਦਾ ਜੋ ਨਾਮ ਹੈ ਉਹ ਪਿਆਰਾ ਨਹੀਂ ਲੱਗਦਾ। ਚੱਲੇ ਚੱਲਣ ਹਾਰ ਵਾਟ ਵਟਾਇਆ, ਭਾਵ ਕਿ ਇਹ ਧੰਦ ਪਿੱਟਣ ਵਾਲੇ ਜੋ ਮਨੁੱਖ ਹਨ, ਉਹ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਕੇ ਗਲਤ ਰਸਤੇ 'ਤੇ ਚਲੇ ਗਏ। ਉਹਨਾਂ ਦੀ ਜੋ ਵਾਟ ਹੈ ਉਹ ਵਟ ਗਈ ਹੈ, ਜੋ ਰਸਤਾ ਹੈ ਉਹ ਬਦਲ ਗਿਆ ਹੈ। ਜੋ ਸੱਚ ਦਾ ਰਸਤਾ ਸੀ ਉਹ ਉਹਨਾਂ ਨੂੰ ਭਾਉਂਦਾ ਨਹੀਂ, ਧੰਦ ਪਿੱਟਣ ਵਾਲੇ ਰਸਤੇ 'ਤੇ ਉਹ ਚੱਲਦੇ ਰਹਿੰਦੇ ਨੇ। ਕਿਆ ਭਵੀ ਹੈ ਕਿਆ ਢੂੰਡੀ ਹੈ, ਗੁਰ ਸ਼ਬਦ ਦਿਖਾਇਆ, ਮਮਤਾ ਮੋਹ ਵਿਸਰਜਿਆ, ਆਪਣਾ ਘਰ ਆਇਆ ਰਹਾਓ। ਜਿਸ ਮਨੁੱਖ ਨੂੰ ਪ੍ਰਮਾਤਮਾ ਨੇ ਗੁਰੂ ਦੇ ਸ਼ਬਦ ਰਾਹੀਂ ਆਪਣਾ ਆਪ ਵਿਖਾ ਦਿੱਤਾ, ਜਿਹਨੂੰ ਆਪਣੇ ਆਪੇ ਤੋਂ ਜਾਣੂ ਕਰਵਾ ਦਿੱਤਾ, ਉਹਦੀ ਭਟਕਣਾ ਮੁੱਕ ਜਾਂਦੀ ਹੈ। ਹਰ ਥਾਂ ਸੁੱਖ ਲੱਭਣ ਦੀ ਉਹਦੀ ਜੋ ਹੋੜ ਸੀ ਉਹ ਮੁੱਕ ਜਾਂਦੀ ਹੈ। ਕਿਆ ਭਵੀ ਹੈ ਕਿਆ ਢੂੰਡੀ ਹੈ। ਮਮਤਾ ਮੋਹ ਉਹਦੇ ਮਨ ਵਿੱਚੋਂ ਵਿਸਰ ਜਾਂਦਾ ਹੈ ਤੇ ਆਪਣੇ ਅਸਲ ਘਰ ਦੇ ਵਿੱਚ ਉਹਦਾ ਟਿਕਾਣਾ ਬਣ ਜਾਂਦਾ ਹੈ। ਸੱਚ ਮਿਲੈ ਸਚਿਆਰ ਕੂੜ ਨਾ ਪਾਈਐ, ਸੱਚੇ ਸਿਉ ਚਿਤ ਲਾਏ ਬੌੜ ਨਾ ਆਈਐ। ਸੱਚ ਦਾ ਵਪਾਰੀ ਜੀਵ ਸਦਾ ਥਿਰ ਪ੍ਰਭੂ ਵਿੱਚ ਜੁੜ ਕੇ ਪ੍ਰਭੂ ਨੂੰ ਮਿਲ ਪੈਂਦਾ ਹੈ। ਝੂਠੇ ਪਦਾਰਥਾਂ ਦੇ ਮੋਹ ਵਿੱਚ ਲੱਗਿਆ ਪ੍ਰਭੂ ਨਹੀਂ ਮਿਲਦਾ। ਸਦਾ ਥਿਰ ਪ੍ਰਮਾਤਮਾ ਵਿੱਚ ਚਿੱਤ ਜੋੜਿਆਂ ਮੁੜ ਮੁੜ ਜਨਮ ਦੇ ਵਿੱਚ ਨਹੀਂ ਆਈਦਾ, ਜਨਮ ਮਰਨ ਦੇ ਗੇੜ ਵਿੱਚੋਂ ਨਿਕਲ ਜਾਈਦਾ ਹੈ। ਮੋਇਆ ਕਉ ਕਿਆ ਰੋਗ ਹੋ, ਰੋਏ ਨਾ ਜਾਣੋ। ਗੁਰੂ ਸਾਹਿਬ ਕਹਿੰਦੇ ਜੋ ਮਰ ਗਏ ਉਹਨਾਂ ਨੂੰ ਕੀ ਰੋਣਾ ਹੋਇਆ। ਜੇਕਰ ਤੁਸੀਂ ਮਰੇ ਸੰਬੰਧੀਆਂ ਦੇ ਲਈ ਵਿਰਾਗ ਕਰਦੇ ਹੋ, ਇਹ ਵਿਅਰਥ ਕੰਮ ਹੈ। ਅਸਲ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਤੁਹਾਨੂੰ ਵਿਰਾਗ ਵਿੱਚ ਆਉਣ ਦੀ ਜਾਂਚ ਹੀ ਨਹੀਂ। ਰੋਏ ਨਾ ਜਾਣੋ, ਤੁਹਾਨੂੰ ਰੋਣਾ ਹੀ ਨਹੀਂ ਆਉਂਦਾ, ਵਿਰਾਗ ਕਰਨਾ ਹੀ ਨਹੀਂ ਆਉਂਦਾ। ਰੋਵਹੁ ਸੱਚ ਸਲਾਹੇ ਹੁਕਮ ਪਛਾਣਹੁ। ਜੰਮਣਾ ਤੇ ਮਰਨਾ ਤੇ ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦਾ ਇੱਕ ਅਟੱਲ ਨਿਯਮ ਹੈ। ਉਸ ਪ੍ਰਮਾਤਮਾ ਦਾ ਹੁਕਮ ਹੈ। ਹੁਕਮ ਦੇ ਵਿੱਚ ਅਸੀਂ ਜੰਮਦੇ ਹਾਂ, ਹੁਕਮ ਦੇ ਵਿੱਚ ਅਸੀਂ ਚਲੇ ਜਾਂਦੇ ਹਾਂ। ਹੁਕਮ ਨੂੰ ਅਸੀਂ ਪਛਾਣੀਏ ਤੇ ਇਸ ਹੁਕਮ ਨੂੰ ਪਛਾਣ ਕੇ ਦੁਨੀਆ ਵੱਲੋਂ ਵਿਰਾਗ ਕਰਨ ਦੀ ਅਸੀਂ ਜਾਂਚ ਸਿੱਖੀਏ ਤੇ ਉਸ ਸੱਚੇ ਨੂੰ ਸਲਾਹੀਏ, ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰੀਏ। ਤੁਹਾਡੇ ਲਈ ਇੱਕ ਸਵਾਲ ਹੈ, ਟਿੱਪਣੀਆਂ ਦੇ ਵਿੱਚ, ਕਮੈਂਟਾਂ ਦੇ ਵਿੱਚ ਜਵਾਬ ਦੇਣ ਦੀ ਕਿਰਪਾਲਤਾ ਕਰਿਓ। ਕੀ ਕਦੇ ਅਜਿਹਾ ਹੋਇਆ ਕਿ ਤੁਸੀਂ ਸ਼ਬਦ ਕੀਰਤਨ ਸੁਣ ਰਹੇ ਹੋ ਤੇ ਤੁਹਾਡੇ ਮਨ ਦੇ ਵਿੱਚ ਉਦਾਸੀ ਵਾਲਾ ਭਾਵ ਛਾ ਗਿਆ ਹੋਵੇ, ਵਿਰਾਗ ਛਾ ਗਿਆ ਹੋਵੇ? ਜੇ ਅਜਿਹਾ ਕਦੇ ਮਹਿਸੂਸ ਕੀਤਾ ਹੈ, ਟਿੱਪਣੀਆਂ ਕਰਕੇ ਜ਼ਰੂਰ ਦੱਸਿਓ। ਕਾਰਨ ਇਹ ਹੁੰਦਾ ਹੈ ਕਿ ਉਸ ਵਕਤ ਉਸ ਸ਼ਬਦ ਦੇ ਰਾਹੀਂ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਹੋ ਰਹੀ ਹੁੰਦੀ ਹੈ। ਬੇਸ਼ੱਕ ਚਤੰਨ ਤੌਰ 'ਤੇ ਅਸੀਂ ਨਾ ਸਮਝੀਏ, ਪਰ ਸਾਡੇ ਹਿਰਦੇ 'ਤੇ ਉਹਦਾ ਅਸਰ ਡੂੰਘਾ ਹੁੰਦਾ ਹੈ। ਇਸੇ ਕਰਕੇ ਅਸੀਂ ਵਿਰਾਗ ਦੇ ਵਿੱਚ ਆ ਜਾਂਦੇ ਹਾਂ, ਉਦਾਸ ਜਿਹੇ ਹੋ ਜਾਂਦੇ ਹਾਂ। ਸੋ ਉਹ ਵਾਲਾ ਵਿਰਾਗ ਕਰੀਏ,
ਪ੍ਰਮਾਤਮਾ ਦੀ ਸਿਫਤ ਸਲਾਹ ਦਾ ਵੈਰਾਗ ਕਰੀਏ, ਉਹਦੇ ਹੁਕਮ ਨੂੰ ਪਛਾਣੀਏ। ਹੁਕਮੀ ਵਜੋਂ ਲਿਖਾਏ ਆਇਆ ਜਾਣੀਐ। ਗੁਰੂ ਸਾਹਿਬ ਕਹਿੰਦੇ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਇਹ ਮੰਨਣਾ ਚਾਹੀਦਾ ਕਿ ਹਰੇਕ ਜੀਵ ਪਰਮਾਤਮਾ ਦੀ ਰਜ਼ਾ ਵਿੱਚ ਹੀ ਰੋਜ਼ੀ ਲਿਖਾ ਕੇ ਜਗਤ ਦੇ ਵਿੱਚ ਆਉਂਦਾ ਹੈ। ਲਾਹਾ ਪੱਲੇ ਪਾਏ ਹੁਕਮ ਸਿਆਣੀਐ। ਜੇ ਅਸੀਂ ਇਸ ਰਜ਼ਾ ਨੂੰ ਪਛਾਣ ਲਈਏ ਤਾਂ ਸਾਨੂੰ ਜੀਵਨ ਲਾਭ ਮਿਲਦਾ ਹੈ। ਹੁਕਮੀ ਪੈਂਦਾ ਜਾਏ ਦਰਗਾਹ ਭਾਣੀਐ, ਹੁਕਮੇ ਹੀ ਸਿਰ ਮਾਰ ਬੰਦਰ ਬਾਣੀਐ। ਪ੍ਰਮਾਤਮਾ ਦੀ ਰਜ਼ਾ ਵਿੱਚ ਹੀ ਮਮਤਾ ਮੋਹ ਵਿਸਾਰ ਕੇ ਜੀਵ ਇੱਥੋਂ ਇੱਜ਼ਤ ਖੱਟ ਕੇ ਜਾਂਦਾ ਹੈ ਤੇ ਪ੍ਰਭੂ ਦੀ ਦਰਗਾਹ ਵਿੱਚ ਵੀ ਆਦਰ ਪਾਉਂਦਾ ਹੈ। ਪ੍ਰਭੂ ਦੀ ਰਜ਼ਾ ਵਿੱਚ ਹੀ ਮਮਤਾ ਮੋਹ ਵਿੱਚ ਫਸਣ ਕਰਕੇ ਜੀਵਾਂ ਨੂੰ ਸਿਰ ਉੱਤੇ ਮਾਰ ਪੈਂਦੀ ਹੈ। ਜਨਮ ਮਰਨ ਦੀ ਰੱਬੀ ਕੈਦ ਵਿੱਚ ਜੀਵ ਪੈਂਦੇ ਹਨ। ਦੋਨੋਂ ਹੀ ਦੇਖੋ, ਇੱਕ ਉਹ ਹੈ ਜਿਹਨੂੰ ਇੱਜ਼ਤ ਮਾਣ ਮਿਲਿਆ ਇਸ ਜੀਵਨ ਦੇ ਵਿੱਚ ਵੀ ਪਰਮਾਤਮਾ ਦੀ ਦਰਗਾਹ 'ਤੇ ਵੀ, ਤੇ ਇੱਕ ਉਹ ਹੈ ਜੋ ਮਾਇਆ ਦੇ ਮੋਹ ਵਿੱਚ ਹੀ ਫਸਿਆ ਰਿਹਾ। ਇਹ ਦੋਨੋਂ ਹੀ ਪਰਮਾਤਮਾ ਦੀ ਰਜ਼ਾ ਅਧੀਨ ਹਨ, ਉਹਦੇ ਹੁਕਮ ਅਨੁਸਾਰ ਹਨ। ਅਤੇ ਇਸੇ ਲਈ ਸਾਨੂੰ ਇਹ ਮੰਨਣਾ ਚਾਹੀਦਾ ਕਿ ਅਸੀਂ ਆਪਣੀ ਰੋਜ਼ੀ ਧੁਰੋਂ ਹੀ ਲਿਖਾ ਕੇ ਆਏ ਹਾਂ। ਲਾਹਾ ਸੱਚ ਨਿਆਉ ਮਨ ਵਸਾਈਐ, ਲਿਖਿਆ ਪੱਲੇ ਪਾਏ ਗਰਭ ਵੰਜਾਈਐ। ਜੇ ਇਹ ਗੱਲ ਮਨ ਵਿੱਚ ਵਸਾ ਲਈਏ ਕਿ ਹਰ ਥਾਂ ਪਰਮਾਤਮਾ ਦਾ ਨਿਆਂ ਹੀ ਵਰਤ ਰਿਹਾ ਹੈ ਤਾਂ ਸਦਾ ਥਿਰ ਪ੍ਰਭੂ ਦਾ ਨਾਮ ਲਾਭ ਖੱਟ ਲਈਦਾ ਹੈ। ਦੁਨੀਆ ਦੇ ਹਰ ਵਰਤਾਰੇ ਦੇ ਵਿੱਚ, ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਹਰ ਵਰਤਾਰੇ ਵਿੱਚ ਅਸੀਂ ਪਰਮਾਤਮਾ ਦਾ ਨਿਆਂ ਵਰਤਦਾ ਮਹਿਸੂਸ ਕਰੀਏ। ਅਤੇ ਦੂਜੀ ਵੱਡੀ ਗੱਲ, ਜੋ ਅਸੀਂ ਇਹ ਸੋਚਦੇ ਹਾਂ ਕਿ ਇਹ ਮੈਂ ਕਰ ਲਿਆ ਹੈ, ਕੁਝ ਵੀ ਕਰ ਲਈਏ, ਕੋਈ ਛੋਟਾ ਵੱਡਾ ਕੰਮ ਕਰ ਲਈਏ, ਕੋਈ ਸਫਲਤਾ ਹਾਸਲ ਕਰ ਲਈਏ, ਅਸੀਂ ਸੋਚਦੇ ਹਾਂ ਕਿ ਇਹ ਮੈਂ ਹਾਸਲ ਕਰ ਲਈ ਹੈ। ਜੋ ਪਿਛਲੀ ਪੰਕਤੀ ਦੇ ਵਿੱਚ ਅਸੀਂ ਪੜ੍ਹਿਆ ਕਿ ਅਸੀਂ ਆਪਣੀ ਰੋਜ਼ੀ ਧੁਰੋਂ ਹੀ ਲਿਖਾ ਕੇ ਆਉਂਦੇ ਹਾਂ, ਉਹ ਗੱਲ ਅਸੀਂ ਭੁੱਲ ਜਾਂਦੇ ਹਾਂ। ਇੱਥੇ ਫਿਰ ਗੁਰੂ ਸਾਹਿਬ ਸਾਨੂੰ ਹਦਾਇਤ ਕਰਦੇ ਨੇ, ਲਿਖਿਆ ਪੱਲੇ ਪਾਏ ਗਰਭ ਵੰਜਾਈਐ। ਗਰਭ ਛੱਡ ਦੇਣਾ ਚਾਹੀਦਾ ਹੈ, ਮਾਣ ਹੰਕਾਰ ਛੱਡ ਦੇਣਾ ਚਾਹੀਦਾ ਹੈ। ਪ੍ਰਭੂ ਦੀ ਰਜ਼ਾ ਵਿੱਚ ਹੀ ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਾਪਤੀ ਕਰਦਾ ਹੈ। ਜੋ ਵੀ ਅਸੀਂ ਪ੍ਰਾਪਤ ਕਰਦੇ ਹਾਂ ਪ੍ਰਭੂ ਦੀ ਰਜ਼ਾ ਵਿੱਚ ਹੀ ਪ੍ਰਾਪਤ ਕਰਦੇ ਹਾਂ, ਰਜ਼ਾ ਅਧੀਨ ਹੀ ਪ੍ਰਾਪਤ ਕਰਦੇ ਹਾਂ। ਮਨਮੁਖੀਆਂ ਸਿਰ ਮਾਰ ਵਾਦ ਖਪਾਈਐ, ਠੱਗ ਮੁੱਠੀ ਕੁੜਿਆਰ ਬੰਨ ਚਲਾਈਐ। ਜਿਹੜੀ ਜੀਵ ਇਸਤਰੀ ਆਪਣੇ ਮਨ ਦੀ ਅਗਵਾਈ ਵਿੱਚ ਤੁਰਦੀ ਹੈ, ਉਸ ਦੇ ਸਿਰ ਉੱਤੇ ਜਨਮ ਮਰਨ ਦੇ ਗੇੜ ਦੀ ਮਾਰ ਹੈ। ਉਹ ਮਮਤਾ ਮੋਹ ਦੇ ਝਗੜੇ ਵਿੱਚ ਹੀ ਖੁਆਰ ਹੁੰਦੀ ਰਹਿੰਦੀ ਹੈ। ਕੂੜ ਦੀ ਵਪਾਰਨ ਜੀਵ ਇਸਤਰੀ ਮਮਤਾ ਮੋਹ ਵਿੱਚ ਹੀ ਠੱਗੀ ਜਾਂਦੀ ਹੈ, ਲੁੱਟੀ ਜਾਂਦੀ ਹੈ। ਮੋਹ ਦੀ ਫਾਹੀ ਵਿੱਚ ਵੱਜੀ ਹੋਈ ਇੱਥੋਂ ਪਰਲੋਕ ਵੱਲ ਨੂੰ ਤੋਰੀ ਜਾਂਦੀ ਹੈ। ਸਾਹਿਬ ਹਿਰਦੈ ਵਸਾਏ ਨਾ ਪਛੁਤਾਵਹੀ, ਗੁਨਾਹਾਂ ਬਖਸ਼ਣਹਾਰ ਸ਼ਬਦ ਕਮਾਵਹੀ। ਹੇ ਭਾਈ, ਮਾਲਕ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾ, ਅੰਤ ਨੂੰ ਤੈਨੂੰ ਪਛਤਾਉਣਾ ਨਹੀਂ ਪਵੇਗਾ। ਉਸ ਪ੍ਰਭੂ ਦੀ ਸਿਫਤ ਸਲਾਹ ਕਰ, ਉਹ ਸਾਰੇ ਗੁਨਾਹ ਬਖਸ਼ਣ ਵਾਲਾ ਹੈ। ਨਾਨਕ ਮੰਗੈ ਸੱਚ ਗੁਰਮੁਖ ਘਾਲੀਐ, ਮੈਂ ਤੁਝ ਬਿਨ ਅਵਰ ਨਾ ਕੋਏ ਨਦਰ ਨਿਹਾਲੀਐ। ਹੇ ਪ੍ਰਭੂ, ਨਾਨਕ ਤੇਰਾ ਸਦਾ ਥਿਰ ਨਾਮ ਮੰਗਦਾ ਹੈ। ਤੇਰੀ ਮਿਹਰ ਹੋਵੇ ਤਾਂ ਗੁਰੂ ਦੀ ਸ਼ਰਨ ਪੈ ਕੇ ਮੈਂ ਇਹ ਘਾਲ ਕਮਾਈ ਕਰਾਂ, ਤਾਂ ਇੱਥੋਂ ਬਿਨਾਂ ਮੇਰਾ ਕੋਈ ਹੋਰ ਆਸਰਾ ਨਹੀਂ। ਮੇਰੇ ਵੱਲ ਆਪਣੀ ਮਿਹਰ ਦੀ ਨਿਗਾਹ ਨਾਲ ਵੇਖ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 419ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਮਾਇਆ ਵੱਲੋਂ ਆਪਣੇ ਮਨ ਨੂੰ ਮੋੜਨ ਦੀ ਪ੍ਰੇਰਨਾ ਦਿੱਤੀ ਹੈ, ਪ੍ਰਮਾਤਮਾ ਦੇ ਨਾਮ ਦੇ ਵੱਲ ਆਪਣੇ ਮਨ ਨੂੰ ਜੋੜਨ ਦੀ ਪ੍ਰੇਰਨਾ ਦਿੱਤੀ ਹੈ, ਅਤੇ ਨਾਲ ਦੀ ਨਾਲ ਸਾਨੂੰ ਇਹ ਵੀ ਸਮਝਾ ਦਿੱਤਾ ਹੈ ਕਿ ਅਸੀਂ ਸਿਰਫ ਕੋਸ਼ਿਸ਼ ਕਰ ਸਕਦੇ ਹਾਂ। ਅਸਲ ਗੱਲ ਇਹੀ ਹੈ ਕਿ ਪ੍ਰਮਾਤਮਾ ਨੇ ਸਾਡੇ ਲਈ ਜੋ ਨਿਰਧਾਰਿਤ ਕੀਤਾ ਹੈ, ਜਿਸ ਪ੍ਰਕਾਰ ਦਾ ਸਾਡਾ ਲੇਖ ਲਿਖਿਆ ਹੈ, ਅਸੀਂ ਉਹ ਕੁਝ ਹੀ ਹਾਸਲ ਕਰਦੇ ਹਾਂ। ਜੇ ਸਾਨੂੰ ਮਨਮੁਖ ਬਣਾਉਣਾ ਹੀ ਪ੍ਰਮਾਤਮਾ ਦੀ ਰਜ਼ਾ ਹੈ
ਤੇ ਅਸੀਂ ਮਨਮੁਖ ਬਣਾਂਗੇ। ਜੇ ਗੁਰਮੁਖ ਬਣਾਉਣਾ ਉਹਦੀ ਰਜ਼ਾ ਹੈ ਤੇ ਅਸੀਂ ਗੁਰਮੁਖ ਬਣਾਂਗੇ। ਸੋ ਇਸੇ ਸੰਦੇਸ਼ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।